ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1427 ਤੋਂ ਲੈ ਕੇ 1429 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਜੋ ਪ੍ਰਾਣੀ ਨਿਸ ਦਿਨ ਪਜੈ रूप राम तेह जान हर जन हर अंतर नहीं नानक साची मान। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨੁੱਖ ਰਾਤ ਦਿਨ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਉਸ ਨੂੰ ਪਰਮਾਤਮਾ ਦਾ ਹੀ ਰੂਪ ਸਮਝੋ। ਕਹਿੰਦੇ ਹੇ ਨਾਨਕ, ਇਹ ਗੱਲ ਸੱਚੀ ਮੰਨੋ ਕਿ ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ ਰਹਿ ਜਾਂਦਾ। मन माया में फद रहो बिसरियो गोविंद नाम कहो नानक बिन हर भजन जीवन कौन काम। ਕਹਿੰਦੇ ਜਿਸ ਮਨੁੱਖ ਦਾ ਮਨ ਹਰ ਵੇਲੇ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ, ਜਿਸ ਨੂੰ ਪਰਮਾਤਮਾ ਦਾ ਨਾਮ ਸਦਾ ਭੁੱਲਿਆ ਰਹਿੰਦਾ, ਨਾਨਕ ਜੀ ਕਹਿੰਦੇ ਨੇ ਦੱਸੋ ਪਰਮਾਤਮਾ ਦੇ ਭਜਨ ਤੋਂ ਬਿਨਾਂ ਉਸ ਦਾ ਜੀਣਾ ਕਿਸ ਅਰਥ ਕਿਸ ਕੰਮ। ਕਹਿੰਦੇ ਪ੍ਰਾਣੀ ਰਾਮ ਨਾ ਚੇਤਈ मद माया कै अंध कहो नानक हर भजन बिन परत ताहे जम फंद। ਮਾਇਆ ਦੇ ਮੋਹ ਵਿੱਚ ਫਸ ਕੇ ਆਤਮਿਕ ਜੀਵਨ ਵੱਲੋਂ ਅੰਨਾ ਹੋਇਆ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ, ਨਾਨਕ ਜੀ ਕਹਿੰਦੇ ਨੇ ਕਿ ਪਰਮਾਤਮਾ ਦੇ ਭਜਨ ਤੋਂ ਬਿਨਾਂ ਉਹਦੇ ਗਲ ਵਿੱਚ ਜਮਾਂ ਦੀਆਂ ਫਾਈਆਂ ਪਈਆਂ ਰਹਿੰਦੀਆਂ ਨੇ। ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ। ਦੁਨੀਆ ਵਿੱਚ ਤਾਂ ਕਹਿੰਦੇ ਸੁੱਖ ਵੇਲੇ ਅਨੇਕਾਂ ਮੇਲੀ ਗੇਲੀ ਬਣ ਜਾਂਦੇ ਨੇ, ਪਰ ਦੁੱਖ ਵਿੱਚ ਕੋਈ ਵੀ ਸਾਥ ਨਹੀਂ ਦਿੰਦਾ। ਨਾਨਕ ਜੀ ਕਹਿੰਦੇ ਨੇ ਹੇ ਮਨ ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਅੰਤ ਸਮੇਂ ਵੀ ਮਦਦਗਾਰ ਬਣਦਾ ਹੈ। ਜਨਮ ਜਨਮ ਪਰਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਬਾਸ। ਪਰਮਾਤਮਾ ਦਾ ਸਿਮਰਨ ਭੁਲਾ ਕੇ ਜੀਵ ਅਨੇਕਾਂ ਜਨਮਾਂ ਵਿੱਚ ਭਟਕਦਾ ਫਿਰਦਾ, ਜਮਾਂ ਦਾ ਡਰ ਉਹਦੇ ਅੰਦਰੋਂ ਮੁੱਕਦਾ ਨਹੀਂ। ਨਾਨਕ ਜੀ ਕਹਿੰਦੇ ਨੇ ਹੇ ਮਨ ਪਰਮਾਤਮਾ ਦਾ ਭਜਨ ਕਰਦਾ ਰਿਹਾ ਕਰ, ਭਜਨ ਦੀ ਬਰਕਤ ਨਾਲ ਤੂੰ ਉਸ ਪਰਮੇਸ਼ਰ ਵਿੱਚ ਨਿਵਾਸ ਪ੍ਰਾਪਤ ਕਰ ਲਵੇਂਗਾ ਜਿਹਨੂੰ ਕੋਈ ਡਰ ਪੋ ਨਹੀਂ ਸਕਦਾ। जतन बहुत मैं कर रहो, मिट्यो न मन को मान।
ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਹੋ ਭਗਵਾਨ। ਹੇ ਭਗਵਾਨ, ਮੈਂ ਅਨੇਕਾਂ ਹੋਰ ਯਤਨ ਕਰ ਚੁੱਕਾ ਹਾਂ। ਉਹਨਾਂ ਯਤਨਾਂ ਨਾਲ ਮਨ ਦਾ ਹੰਕਾਰ ਦੂਰ ਨਹੀਂ ਹੁੰਦਾ। ਨਾਨਕ ਦਾ ਇਹ ਮਨ ਖੋਟੀ ਮੱਤ ਨਾਲ ਚਿੰਬੜਿਆ ਹੀ ਰਹਿੰਦਾ ਹੈ। ਹੇ ਭਗਵਾਨ, ਤੂੰ ਆਪ ਹੀ ਰੱਖਿਆ ਕਰ। ਬਾਲ ਜੁਆਨੀ ਅਰ ਬਿਰਧ ਫੁਨ, तीन अवस्था जान। कहो नानक हर भजन बिन, बिरता सब ही मान। बाल अवस्था, जवानी ਦੀ ਅਵਸਥਾ, ਫਿਰ ਬੁਢੇਪੇ ਦੀ ਅਵਸਥਾ। ਉਮਰ ਦੀਆਂ ਇਹ 3 ਅਵਸਥਾ ਸਮਝ ਲੈ ਜੋ ਮਨੁੱਖ 'ਤੇ ਆਉਂਦੀਆਂ ਨੇ। ਨਾਨਕ ਜੀ ਕਹਿੰਦੇ ਨੇ, ਪਰ ਇਹ ਚੇਤੇ ਰੱਖ ਕਿ ਪਰਮਾਤਮਾ ਦੇ ਭਜਨ ਤੋਂ ਬਿਨਾਂ ਇਹ ਸਾਰੀਆਂ ਹੀ ਵਿਅਰਥ ਚਲੀਆਂ ਜਾਂਦੀਆਂ ਨੇ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਮਾਇਆ ਦੇ ਮੋਹ ਵਿੱਚ ਅੰਨੇ ਹੋ ਰਹੇ ਹੈ ਮਨੁੱਖ, ਜੋ ਕੁਝ ਤੂੰ ਕਰਨਾ ਸੀ ਉਹ ਤੂੰ ਨਹੀਂ ਕੀਤਾ। ਸਾਰੀ ਉਮਰ ਤੂੰ ਲੋਭ ਦੀ ਫਾਹੀ ਵਿੱਚ ਹੀ ਫਸਿਆ ਰਿਹਾ। ਹੇ ਨਾਨਕ, ਜ਼ਿੰਦਗੀ ਦਾ ਸਾਰਾ ਸਮਾਂ ਇਸੇ ਤਰ੍ਹਾਂ ਹੀ ਗੁਜ਼ਰ ਗਿਆ। ਹੁਣ ਕਿਉਂ ਪਛਤਾਉਂਦਾ ਹੈ? ਹੁਣ ਕਿਉਂ ਰੋਂਦਾ ਹੈ? ਹੁਣ ਪਛਤਾਉਣ ਦਾ ਕੀ ਲਾਭ? ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿਨ ਮੀਤ। ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿਨ ਪੀਤ। ਹੇ ਮਿੱਤਰ, ਜਿਹੜਾ ਮਨ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ, ਉਹ ਇਸ ਮੋਹ ਵਿੱਚੋਂ ਆਪਣੇ ਆਪ ਨਹੀਂ ਨਿਕਲ ਸਕਦਾ। ਹੇ ਨਾਨਕ, ਜਿਵੇਂ ਕੰਧ ਉੱਤੇ ਕਿਸੇ ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ, ਕੰਧ ਨਾਲ ਹੀ ਚਿੰਬੜਿਆ ਰਹਿੰਦਾ। ਨਰ ਚਾਹਤ ਕਛ ਔਰ ਕੀ ਔਰੇ ਪਈ। चितवत रहे ओठ गौर, नानक फासी गल परी। ਮਾਇਆ ਦੇ ਮੋਹ ਵਿੱਚ ਫਸ ਕੇ ਮਨੁੱਖ ਪਰਮੇਸ਼ਰ ਦਾ ਨਾਮ ਸਿਮਰਨ ਦੀ ਥਾਂ ਕੁਝ ਹੋਰ ਹੀ ਭਾਵ ਮਾਇਆ ਹੀ ਮਾਇਆ ਮੰਗਦਾ ਰਹਿੰਦਾ, ਪਰ ਕਰਤਾਰ ਦੀ ਰਜ਼ਾ ਵਿੱਚ ਹੋਰ ਦੀ ਹੋਰ ਹੋ ਜਾਂਦੀ ਹੈ। ਹੇ ਨਾਨਕ, ਮਨੁੱਖ ਦੂਜਿਆਂ ਨੂੰ ਠੱਗਣ ਦੀਆਂ ਸੋਚਾਂ ਸੋਚਦਾ, ਉੱਤੋਂ ਮੌਤ ਦੀ ਫਾਹੀ ਗਲ ਵਿੱਚ ਆ ਪੈਂਦੀ ਹੈ। ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨਾ ਕੋਏ। ਕਹੋ ਨਾਨਕ ਸੁਨ ਰੇ ਮਨਾ, ਹਰ ਪਾਵੈ ਸੋ ਹੋਏ। ਜੀਵ ਕਹਿੰਦੇ ਭਾਵੇਂ ਸੁੱਖਾਂ ਦੀ ਪ੍ਰਾਪਤੀ ਵਾਸਤੇ ਅਨੇਕਾਂ ਯਤਨ ਕਰਦਾ ਰਹਿੰਦਾ, ਦੁੱਖਾਂ ਵਾਸਤੇ ਯਤਨ ਨਹੀਂ ਕਰਦਾ, ਪਰ ਫਿਰ ਵੀ ਰਜ਼ਾ ਦੇ ਅਨੁਸਾਰ ਦੁੱਖ ਵੀ ਆ ਪੈਂਦੇ ਨੇ।
ਸੁੱਖ ਵੀ ਤਦੋਂ ਮਿਲਦਾ ਜਦੋਂ ਪਰਮੇਸ਼ਰ ਦੀ ਰਜ਼ਾ ਹੋਵੇ। ਨਾਨਕ ਜੀ ਕਹਿੰਦੇ ਨੇ, ਹੇ ਮਨ, ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਜ਼ਰੂਰ ਉਹੀ ਹੁੰਦਾ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਹੁ ਨਾਨਕ ਮਨ ਸਿਮਰਤੇ ਹੈ, ਪੂਰਨ ਹੋਵੇ ਕਾਮ। ਜਗਤ ਮੰਗਤਾ ਹੋ ਕੇ ਭਟਕਦਾ ਫਿਰਦਾ, ਇਹ ਚੇਤਾ ਨਹੀਂ ਰੱਖਦਾ ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ। ਨਾਨਕ ਜੀ ਕਹਿੰਦੇ ਨੇ, ਹੇ ਮਨ, ਉਸ ਦਾਤਾਰ ਪਰਮੇਸ਼ਰ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫਲ ਹੁੰਦੇ ਰਹਿਣਗੇ। ਝੂਠੇ ਮਾਨ ਕਹਾ ਕਰੈ, ਜਗ ਸੁਪਨੇ ਜਿਉ ਜਾਨ। ਇਨਮੈਂ ਕਛ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਪਤਾ ਨਹੀਂ, ਕਹਿੰਦੇ, ਮਨੁੱਖ ਨਾਸ਼ਵੰਤ ਦੁਨੀਆ ਦਾ ਮਾਣ ਕਿਉਂ ਕਰਦਾ ਰਹਿੰਦਾ। ਜਗਤ ਨੂੰ ਸੁਪਨੇ ਵਿੱਚ ਵੇਖੇ ਪਦਾਰਥਾਂ ਵਾਂਗ ਹੀ ਸਮਝ ਕੇ ਰੱਖੋ। ਹੇ ਭਾਈ, ਮੈਂ ਨਾਨਕ ਤੈਨੂੰ ਠੀਕ ਦੱਸ ਰਿਹਾ ਹਾਂ ਕਿ ਇਹਨਾਂ ਦਿਸਦੇ ਪਦਾਰਥਾਂ ਦੇ ਵਿੱਚ ਤੇਰਾ ਅਸਲ ਸਾਥੀ ਕੋਈ ਵੀ ਪਦਾਰਥ ਨਹੀਂ ਹੈ। ਗਰਵ ਕਰਤ ਹੈ ਦੇਹ ਕੋ, ਬਿਨ ਸੈਸ਼ਨ ਮੈਂ ਮੀਤ। ਜਹ ਪ੍ਰਾਨੀ ਹਰ ਜਸ ਕਹਿਓ, ਨਾਨਕ ਤੇਹ ਜਗ ਜੀਤ। ਕਹਿੰਦੇ, ਹੇ ਮਿੱਤਰ, ਜਿਸ ਸਰੀਰ ਦਾ ਮਨੁੱਖ ਸਦਾ ਮਾਣ ਕਰਦਾ ਰਹਿੰਦਾ ਕਿ ਇਹ ਮੇਰਾ ਆਪਣਾ ਸਰੀਰ ਹੈ, ਉਹ ਸਰੀਰ ਇੱਕ ਛਿਨ ਵਿੱਚ ਨਾਸ਼ ਹੋ ਜਾਂਦਾ। ਹੋਰ ਪਦਾਰਥ ਦਾ ਮੋਹ ਤਾਂ ਕਹਿੰਦੇ ਕਿਤੇ ਰਿਹਾ, ਆਪਣੇ ਇਸ ਸਰੀਰ ਦਾ ਮੋਹ ਵੀ ਝੂਠਾ ਹੈ। ਹੇ ਨਾਨਕ, ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ, ਉਸਨੇ ਜਗਤ ਦੇ ਮੋਹ ਨੂੰ ਜਿੱਤ ਲਿਆ। ਜਿਹ ਕਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਤਿਹ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਟਿਕਿਆ ਰਹਿੰਦਾ ਹੈ, ਉਸ ਮਨੁੱਖ ਨੂੰ ਮੋਹ ਦੇ ਜਾਲ ਤੋਂ ਬਚਿਆ ਹੋਇਆ ਸਮਝ। ਹੇ ਨਾਨਕ, ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਅਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੈ, ਜਿਸ ਜੀਵ ਦਾ ਮਨ ਸਿਮਰਨ ਵਿੱਚ ਸਦਾ ਟਿਕਿਆ ਰਹਿੰਦਾ ਹੈ। ਏਕ ਭਗਤ ਭਗਵਾਨ, ਜਹ ਪ੍ਰਾਨੀ ਕੈ ਨਾਹਿ ਮਨ। ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਹੈ, ਹੇ ਨਾਨਕ, ਉਸ ਦਾ ਸਰੀਰ ਉਹ ਜਿਹਾ ਹੀ ਸਮਝੋ ਜਿਹੋ ਜਿਹਾ ਕਿਸੇ ਸੂਰ ਦਾ ਸਰੀਰ ਹੈ ਜਾਂ ਕਿਸੇ ਕੁੱਤੇ ਦਾ ਸਰੀਰ ਹੈ। ਵਾਹਿਗੁਰੂ ਜੀ। ਸੁਆਮੀ ਕੋ ਗ੍ਰਹਿ ਜਿਉ ਸਦਾ,
ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇਕ ਮਨ ਹੋਏ ਇਕ ਚਿਤ। ਜਿਵੇਂ ਕਹਿੰਦੇ ਕੁੱਤਾ ਆਪਣੇ ਮਾਲਕ ਦਾ ਘਰ, ਮਾਲਕ ਦਾ ਦਰ ਸਦਾ ਮੱਲੀ ਰੱਖਦਾ, ਕਦੇ ਨਹੀਂ ਛੱਡਦਾ। ਹੇ ਨਾਨਕ, ਇਸੇ ਤਰੀਕੇ ਦੇ ਨਾਲ ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਪਰਮਾਤਮਾ ਦਾ ਭਜਨ ਕਰਿਆ ਕਰੋ ਕਿ ਉਸ ਦਾ ਦਰ ਕਦੇ ਛੱਡਿਆ ਹੀ ਨਾ ਜਾਵੇ। ਵਾਹਿਗੁਰੂ ਜੀ। ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਤਰੈ ਗੁਮਾਨ, ਨਾਨਕ ਨੇਹ ਫਲ ਜਾਤ ਤੇਹ, ਜਿਉ ਕੁੰਚਰ ਇਸਨਾਨ। ਕਹਿੰਦੇ ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ ਤੀਰਥ ਇਸ਼ਨਾਨ ਕਰਕੇ, ਵਰਤ ਰੱਖ ਕੇ, ਦਾਨ ਪੁੰਨ ਕਰਕੇ ਆਪਣੇ ਮਨ ਵਿੱਚ ਹੰਕਾਰ ਕਰਦਾ ਕਿ ਮੈਂ ਤੇ ਵੱਡਾ ਧਰਮੀ ਬਣ ਗਿਆ। ਪਰ ਹੇ ਨਾਨਕ, ਉਸ ਦੇ ਸਾਰੇ ਕੀਤੇ ਹੋਏ ਕਰਮ ਇਸ ਤਰ੍ਹਾਂ ਵਿਅਰਥ ਚਲੇ ਜਾਂਦੇ ਨੇ ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ, ਕਿਉਂਕਿ ਹਾਥੀ ਵੀ ਨਹਾ ਕੇ ਉੱਪਰ ਮਿੱਟੀ ਪਾ ਲੈਂਦਾ ਹੈ, ਸੁਆਹ ਪਾ ਲੈਂਦਾ ਹੈ। ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਪਈ, ਤਉ ਨਾ ਹਰ ਰਸ ਲੀਨ। ਬੁਢਾਪਾ ਆ ਜਾਣ ਤੇ ਕਹਿੰਦੇ ਮਨੁੱਖ ਦਾ ਸਿਰ ਕੰਬਣ ਲੱਗ ਪੈਂਦਾ, ਤੁਰਦਿਆਂ ਪੈਰ ਥਿੜਕਦੇ ਨੇ, ਅੱਖਾਂ ਦੀ ਜੋਤ ਚਲੀ ਜਾਂਦੀ ਆ। ਨਾਨਕ ਜੀ ਕਹਿੰਦੇ ਨੇ ਕਿ ਬੁਢਾਪੇ ਦੇ ਨਾਲ ਸਰੀਰ ਦੀ ਇਹ ਹਾਲਤ ਹੋ ਜਾਂਦੀ ਆ, ਫਿਰ ਵੀ ਮਾਇਆ ਦਾ ਮੋਹ ਇੰਨਾ ਪ੍ਰਬਲ ਹੁੰਦਾ ਕਿ ਮਨੁੱਖ ਪਰਮਾਤਮਾ ਦੇ ਨਾਮ ਦੇ ਸਵਾਦ ਵਿੱਚ ਮਗਨ ਨਹੀਂ ਹੁੰਦਾ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੀ, ਨਾਨਕ ਥਿਰ ਹਰ ਭਗਤ ਹੈ, ਤਹਿ ਰਾਖੋ ਮਨ ਮਾਹੇ। ਕਹਿੰਦੇ ਮੈਂ ਜਗਤ ਨੂੰ ਆਪਣਾ ਸਮਝ ਕੇ ਹੀ ਹੁਣ ਤੱਕ ਵੇਖਦਾ ਰਿਹਾ, ਪਰ ਇੱਥੇ ਤਾਂ ਕੋਈ ਕਿਸੇ ਦਾ ਵੀ ਸਦਾ ਲਈ ਆਪਣਾ ਨਹੀਂ ਹੈ। ਹੇ ਨਾਨਕ, ਸਦਾ ਕਾਇਮ ਰਹਿਣ ਵਾਲੀ ਤਾਂ ਪਰਮਾਤਮਾ ਦੀ ਭਗਤੀ ਹੀ ਹੈ। ਇਸ ਭਗਤੀ ਨੂੰ ਆਪਣੇ ਮਨ ਵਿੱਚ ਪਰੋ ਕੇ ਰੱਖੋ। ਜਗ ਰਚਨਾ ਸਭ ਝੂਠ ਹੈ, ਜਾਨ ਲੈ ਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ, ਜਿਉ ਬਾਲੂ ਕੀ ਪੀਤ। ਹੇ ਮਿੱਤਰ, ਇਹ ਗੱਲ ਸੱਚੀ ਜਾਣ ਕਿ ਜਗਤ ਦੀ ਸਾਰੀ ਹੀ ਰਚਨਾ ਨਾਸ਼ਵੰਤ ਹੈ। ਨਾਨਕ ਜੀ ਕਹਿੰਦੇ ਨੇ ਕਿ ਰੇਤ ਦੀ ਕੰਧ ਵਾਂਗ ਜਗਤ ਵਿੱਚ ਕੋਈ ਵੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ। ਰਾਮ ਗਇਓ ਰਾਵਨ ਗਇਓ, ਜਾ ਕੋ ਬਹੁ ਪਰਵਾਰ, ਕਹੁ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਕਹਿੰਦੇ ਦੇਖੋ, ਸ਼੍ਰੀ ਰਾਮ ਚੰਦਰ ਕੂਚ ਕਰ ਗਏ, ਰਾਵਣ ਵੀ ਚਲਿਆ ਗਿਆ ਜਿਹਨੂੰ ਵੱਡੇ ਪਰਿਵਾਰ ਵਾਲਾ ਕਿਹਾ ਜਾਂਦਾ। ਨਾਨਕ ਜੀ ਕਹਿੰਦੇ ਨੇ ਇੱਥੇ ਕੋਈ ਵੀ ਸਦਾ ਕਾਇਮ ਰਹਿਣ ਵਾਲਾ ਪਦਾਰਥ ਨਹੀਂ,
ਇਹ ਜਗਤ ਸੁਪਨੇ ਵਰਗਾ ਹੀ ਹੈ। ਜਿਸ ਤਰ੍ਹਾਂ ਸੁਪਨੇ 'ਚ ਸਭ ਕੁਝ ਦੇਖਿਆ ਝੂਠ ਨਿਕਲਦਾ, ਇਹ ਜਗ ਰਚਨਾ ਵੀ ਝੂਠ ਆ। ਇੱਥੇ ਸਦਾ ਦੇ ਸਾਥੀ ਨਹੀਂ, ਸਦਾ ਬੈਠੇ ਨਹੀਂ ਰਹਿਣਾ। चिंता ताकी कीजिए जो अनहोनी होए, इह मार्ग संसार को नानक थिर नहीं कोए। ਕਹਿੰਦੇ ਚਿੰਤਾ ਤਾਂ ਉਸ ਗੱਲ ਦੀ ਕਰੀਏ ਜਿਹੜੀ ਹੋਵੇ ਕਿ ਵੀ ਇਹ ਕਿਵੇਂ ਹੋ ਗਈ। ਮੌਤ ਦੀ ਚਿੰਤਾ ਤਾਂ ਕਹਿੰਦੇ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਤੇ ਪਤਾ ਵੀ ਅਵਾਸ਼ੀ ਹੀ ਹੋਣੀ ਆ। ਚਿੰਤਾ ਤਾਂ ਉਸ ਗੱਲ ਦੀ ਕਰੋ ਜੇ ਕੋਈ ਅਣਹੋਣੀ ਹੋ ਜਾਵੇ। ਮੌਤ ਅਣਹੋਣੀ ਨਹੀਂ ਹੈ, ਮੌਤ ਤਾਂ ਇੱਕ ਸੱਚਾਈ ਹੈ। ਕਹਿੰਦੇ ਹੇ ਨਾਨਕ, ਜਗਤ ਦੀ ਤਾਂ ਚਾਲ ਇਹ ਹੈ ਕਿ ਇੱਥੇ ਕੋਈ ਵੀ ਜੀਵ ਸਦਾ ਦੇ ਰਹਿਣ ਵਾਲਾ ਨਹੀਂ ਹੈ। ਜਿਸ ਦਾ ਵੀ ਜਨਮ ਹੋਇਆ ਮਰਨ ਨਾਲ ਲਿਖਿਆ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। नानक हर गुण गाए ले, छाड़ सगल जंजाल। ਜਗਤ ਵਿੱਚ ਕਹਿੰਦੇ ਜਿਹੜਾ ਵੀ ਜੰਮਿਆ ਉਹਦਾ ਜ਼ਰੂਰ ਅੰਤ ਹੋਣਾ। ਹਰ ਕੋਈ ਇੱਥੋਂ ਅੱਜ ਜਾਂ ਕੱਲ੍ਹ ਕੂਚ ਕਰ ਜਾਣ ਵਾਲਾ ਹੈ। हे ਨਾਨਕ, ਇਸ ਵਾਸਤੇ ਮਾਇਆ ਦੇ ਮੋਹ ਦੀਆਂ ਸਾਰੀਆਂ ਫਾਈਆਂ ਲਾ ਕੇ ਪਰਮਾਤਮਾ ਦੇ ਗੁਣ ਗਾਇਆ ਕਰ। ਵਾਹਿਗੁਰੂ ਜੀ। ਦੋਹਰਾ। ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਕਹੁ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਵਿਛੜ ਕੇ ਜਦੋਂ ਮਾਇਆ ਦੇ ਮੋਹ ਦੀਆਂ ਫਾਈਆਂ ਮਨੁੱਖ ਨੂੰ ਆ ਪੈਂਦੀਆਂ ਨੇ, ਉਹਨਾਂ ਫਾਈਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਿਕ ਤਾਕਤ ਮੁੱਕ ਜਾਂਦੀ ਆ। ਮਾਇਆ ਦਾ ਟਾਕਰਾ ਕਰਨ ਦੇ ਲਈ ਮਨੁੱਖ ਪਾਸੋਂ ਕੋਈ ਵੀ ਹੀਲਾ ਨਹੀਂ ਕੀਤਾ ਜਾ ਸਕਦਾ। ਨਾਨਕ ਜੀ ਕਹਿੰਦੇ ਨੇ, ਹੇ ਪਰਮੇਸ਼ਰ ਜੀ, ਇਹੋ ਜਿਹੇ ਵੇਲੇ ਹੁਣ ਤੇਰਾ ਹੀ ਆਸਰਾ ਹੈ। ਜਿਵੇਂ ਤੂੰ ਤੇਂਦੂਏ ਤੋਂ ਛੁਡਾਉਣ ਲਈ ਹਾਥੀ ਦੀ ਮਦਦ ਕੀਤੀ, ਹਾਥੀ ਦਾ ਸਹਾਈ ਬਣਿਆ, ਇਸੇ ਤਰ੍ਹਾਂ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖਲਾਸੀ ਕਰਨ ਦੇ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇੱਕੋ ਇੱਕ ਵਸੀਲਾ ਹੈ। ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਜਦੋਂ ਕਹਿੰਦੇ ਮਨੁੱਖ ਪਰਮੇਸ਼ਰ ਦੇ ਦਰ ਤੇ ਡਿੱਗਦਾ ਤਾਂ ਮਾਇਆ ਦਾ ਟਾਕਰਾ ਕਰਨ ਦੇ ਲਈ ਉਹਦੇ ਅੰਦਰ ਆਤਮਿਕ ਬਲ ਪੈਦਾ ਹੋ ਜਾਂਦਾ। ਮਾਇਆ ਦੇ ਮੋਹ ਦੇ ਬੰਧਨ ਟੁੱਟ ਜਾਂਦੇ ਨੇ। ਮੋਹ ਦਾ ਟਾਕਰਾ ਕਰਨ ਦੇ ਲਈ ਹਰੇਕ ਹੀਲਾ ਸਫਲ ਹੋ ਸਕਦਾ ਹੈ। ਹੇ ਨਾਨਕ, ਪਰਮੇਸ਼ਰ ਜੀ ਨੂੰ ਕਹਿੰਦੇ ਨੇ ਨਾਨਕ ਜੀ, ਹੇ ਪਰਮੇਸ਼ਰ ਜੀ, ਸਭ ਕੁਝ ਤੇਰੇ ਹੱਥ ਵਿੱਚ ਹੈ। ਤੇਰੀ ਪੈਦਾ ਕੀਤੀ ਮਾਇਆ ਵੀ ਤੇਰੇ ਹੀ ਅਧੀਨ ਹੈ। ਇਸ ਤੋਂ ਬਚਣ ਲਈ ਤੂੰ ਹੀ ਮਦਦਗਾਰ ਹੋ ਸਕਦਾ ਹੈ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭੇ ਹੋ ਸਾਥ।
ਕਹੁ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਜਦੋਂ ਕਹਿੰਦੇ ਅੰਤ ਵੇਲੇ ਸਾਰੇ ਸਾਥੀ ਸੰਗੀ ਸਾਥ ਛੱਡ ਜਾਂਦੇ ਨੇ, ਜਦੋਂ ਕੋਈ ਵੀ ਸਾਥ ਨਾਲ ਨਹੀਂ ਨਿਭ ਸਕਦਾ, ਫਿਰ ਨਾਨਕ ਜੀ ਕਹਿੰਦੇ ਨੇ ਉਸ ਇਕੱਲੇਪਣ ਦੀ ਮੁਸੀਬਤ ਵੇਲੇ ਵੀ ਸਿਰਫ ਪਰਮਾਤਮਾ ਦਾ ਹੀ ਸਹਾਰਾ ਹੁੰਦਾ। ਸੋ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਜੋ ਅੰਤ ਤੱਕ ਦਾ ਸਾਥੀ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਕਹੁ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ। ਅੰਤ ਵੇਲੇ ਵੀ ਕਹਿੰਦੇ ਪਰਮਾਤਮਾ ਦਾ ਨਾਮ ਜੀਵ ਦੇ ਨਾਲ ਰਹਿੰਦਾ ਹੈ। ਬਾਣੀ ਦੇ ਰੂਪ ਵਿੱਚ ਗੁਰੂ ਉਹਦੇ ਨਾਲ ਰਹਿੰਦਾ ਹੈ, ਅਕਾਲ ਪੁਰਖ ਉਹਦੇ ਨਾਲ ਹੈ। ਨਾਨਕ ਜੀ ਕਹਿੰਦੇ ਨੇ ਇਸ ਦੁਨੀਆ ਵਿੱਚ ਜਿਸ ਕਿਸੇ ਮਨੁੱਖ ਨੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਤੇ ਇਹ ਜਪਿਆ ਨਾਮ ਅੰਤ ਤੱਕ ਦਾ ਸਾਥੀ ਬਣਦਾ ਹੈ। ਪਰ ਕਹਿੰਦੇ ਬਹੁਤ ਵਿਰਲੇ ਨੇ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਮੰਨ ਕੇ ਪਰਮੇਸ਼ਰ ਦਾ ਨਾਮ ਜਪਿਆ ਹੈ। ਰਾਮ ਨਾਮ ਔਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਏ। ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਵੇ। ਰਾਮ ਨਾਮ ਔਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਏ। ਜਿਹ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। हे ਪਰਮੇਸ਼ਰ ਜੀ, ਜਿਸ ਮਨੁੱਖ ਨੇ ਤੇਰਾ ਉਹ ਨਾਮ ਆਪਣੇ ਹਿਰਦੇ ਵਿੱਚ ਵਸਾਇਆ ਹੈ, ਜਿਸ ਨਾਮ ਦੇ ਬਰਾਬਰ ਇਸ ਜਗਤ ਵਿੱਚ ਕੁਝ ਵੀ ਨਹੀਂ ਹੈ, ਅਤੇ ਜਿਹਨੂੰ ਸਿਮਰਿਆ ਹਰੇਕ ਦੁੱਖ ਕਲੇਸ਼ ਦੂਰ ਹੋ ਜਾਂਦਾ ਹੈ, ਉਸ ਮਨੁੱਖ ਨੂੰ ਤੇਰਾ ਦਰਸ਼ਨ ਵੀ ਹੋ ਜਾਂਦਾ ਹੈ। ਜਿਹਨੇ ਤੇਰਾ ਨਾਮ ਜਪਿਆ, ਤੇਰੀ ਮਿਹਰ ਸਦਕਾ ਉਹਨੂੰ ਤੇਰਾ ਦਰਸ਼ਨ ਵੀ ਹੋ ਗਿਆ, ਉਹ ਤੇਰਾ ਰੂਪ ਹੀ ਬਣ ਗਿਆ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਲੈਣੀਆਂ ਜੀ। ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।